ਸਤਿ ਸ਼੍ਰੀ ਅਕਾਲ। ਤੁਸੀਂ ਦਾਨ ਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਜਦੋਂ ਵੀ ਲਖੀਮਪੁਰ ਖੀਰੀ ਦੀ ਘਟਨਾ ਦਾ ਜ਼ਿਕਰ ਕਰਦੇ ਆ ਤਾਂ ਗੱਚ ਭਰਦਾ ਹੈ, ਕਿਉਂਕਿ ਤਿੰਨ ਮਾਵਾਂ ਦੇ ਬਰਸ਼ਾਂ ਵਰਗੇ ਪੁੱਤ ਜਿਨ੍ਹਾਂ ਨੇ ਹਾਲੇ ਜਵਾਨੀ ਵੀ ਹੰਢਾਈ ਨਹੀਂ ਸੀ, ਇਸ ਜਹਾਨ ਤੋਂ ਰੁਖਸਤ ਹੋ ਗਏ। ਉਹਨਾਂ ਮਾਵਾਂ ਦੇ ਕਲੇਜੇ ਦੇ ਟੁਕੜੇ ਉਹਨਾਂ ਤੋਂ ਦੂਰ ਹੋ ਗਏ। एक ऐसी मानसिकता ਦੇ ਚਲਦਿਆਂ ਜਿਸ ਮਾਨਸਿਕਤਾ ਦਾ ਅੱਜ ਤੱਕ ਕਿਸੇ ਕੋਲੇ ਇਲਾਜ ਹੀ ਨਹੀਂ ਹੋਇਆ। ਬੇਸ਼ੱਕ ਉਹਨਾਂ ਲੋਕਾਂ ਨੂੰ ਥੋੜ੍ਹੀਆਂ ਬਹੁਤੀਆਂ ਸਜ਼ਾਵਾਂ ਜ਼ਰੂਰ ਮਿਲਣਗੀਆਂ ਜੋ ਇਸ ਦੇ ਵਿੱਚ ਦੋਸ਼ੀ ਹੈ, ਪਰ ਕੀ ਉਹ ਸੋਚ ਤੇ ਲਗਾਮ ਪਵੇਗੀ? ਜੇ ਸੋਚ ਨੇ ਇਹ ਘਰ ਉਜਾੜੇ, ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਸੀ ਕਿ ਕਿਸਾਨਾਂ ਦੇ ਘਰ ਉਜੜੇ ਆ। ਇਹ ਮਾਵਾਂ ਦੇ ਪੁੱਤ ਗਏ ਨੇ, ਕਿਸੇ ਪੁੱਤ ਦਾ ਪਿਓ ਗਿਆ, ਉਹਨਾਂ ਦੇ ਵਿੱਚ ਭਾਜਪਾ ਦੇ ਵਰਕਰ ਵੀ ਸੀ, ਜਾਣੀ ਉਹ ਵੀ ਇਸ ਮਾਨਸਿਕਤਾ ਦੀ ਭੇਟ ਚੜ੍ਹ ਗਏ। ਪਰ ਇਸ ਸਭ ਦੇ ਵਿਚਾਲੇ ਮਸਲਾ ਕਹਿੰਦੇ ਕਿ ਹੱਲ ਹੋ ਗਿਆ, ਸਹਿਮਤੀ ਬਣ ਗਈ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਕਿ ਜੋ ਮ੍ਰਿਤਕ ਹੈ ਉਹਨਾਂ ਨੂੰ 45 ਲੱਖ ਰੁਪਏ ਦਿੱਤਾ ਜਾਣਾ ਹੈ। ਜਿਹੜੇ ਜ਼ਖਮੀ ਹੈ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਪ੍ਰਸ਼ਾਸਨ ਆਪਣੀ ਤਰਫੋਂ ਦੇਵੇਗਾ, ਜਾਣੀ ਯੂਪੀ ਦੀ ਸਰਕਾਰ ਦੇਵੇਗੀ। ਪਰ ਕੀ ਇਹ ਵਾਕਈ ਮਸਲੇ ਦਾ ਹੱਲ ਹੈ? ਪਰ ਕੀ ਵਾਕਈ ਇਸ ਮਸਲੇ ਨੂੰ ਹੁਣ ਠੰਡੇ ਬਸਤੇ ਦੇ ਵਿੱਚ ਪਾ ਦੇਣਾ ਚਾਹੀਦਾ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜੋ ਹਵਾ 'ਚ ਲਟਕ ਰਿਹਾ ਹੈ। ਕਿਸੇ ਦੀ ਜਾਨ ਜਾਂਦੀ ਹੈ, ਕਿਸੇ ਦਾ ਪਰਿਵਾਰਕ ਮੈਂਬਰ ਜਾਂਦਾ ਹੈ ਤਾਂ ਉਸ ਦੀ ਕੀਮਤ ਨਾ ਤਾਂ ਲੱਖਾਂ 'ਚ ਹੈ ਤੇ ਨਾ ਹੀ ਕਰੋੜਾਂ 'ਚ ਹੈ। ਉਹ ਅਣਮੁੱਲਾ ਹੁੰਦਾ ਹੈ। ਪਰਿਵਾਰ ਦਾ ਮੈਂਬਰ ਵਾਪਸ ਨਹੀਂ ਮਿਲਣਾ। ਕਿਸੇ ਵੀ ਪਰਿਵਾਰ ਦਾ ਮੈਂਬਰ ਆਪਣੇ ਜੀਆਂ ਦੇ ਵਿੱਚ ਜਾਂ ਆਪਣਿਆਂ ਦੇ ਵਿੱਚ ਵਾਪਸ ਨਹੀਂ ਆਉਣਾ। ਪਰ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਨੂੰ ਜਿਵੇਂ ਤਿਵੇਂ ਕਰਕੇ ਰਫਾ ਦਫਾ ਕਰ ਦਿੱਤਾ ਜਾਵੇ, ਕਿਉਂਕਿ ਪੂਰੇ ਦੇਸ਼ ਦੇ ਵਿੱਚੋਂ ਲੋਕ ਉੱਠ ਗਏ ਔਰ ਉਹ ਲਖੀਮਪੁਰ ਖੀਰੀ ਨੂੰ ਚੱਲਣਾ ਸ਼ੁਰੂ ਹੋ ਗਏ। ਸਾਰਾ ਯੂਪੀ ਸੀਲ ਕਰਤਾ, ਬਕਾਇਦਾ ਲੈਟਰਾਂ ਜਾਰੀ ਕਰਤੀਆਂ ਕਿ ਕਿਸੇ ਨੂੰ ਵੀ ਯੂਪੀ ਦੇ ਅੰਦਰ ਦਾਖਲ ਨਾ ਹੋਣ ਦਿੱਤਾ ਜਾਵੇ। ਤੁਹਾਡਾ ਕਮਿਊਨੀਕੇਸ਼ਨ ਬੰਦ ਕਰ ਦਿੱਤਾ ਗਿਆ, ਇੰਟਰਨੈੱਟ ਬੰਦ ਕਰ ਦਿੱਤੇ ਗਏ। ਪਰ ਕੀ ਇਹ ਮਸਲੇ ਦਾ ਹੱਲ ਸੀ ਕਿ ਲੋਕਾਂ ਤੱਕ ਖਬਰ ਨਾ ਪਹੁੰਚੇ ਕਿ ਕੀ ਹੋਇਆ? ਹੁਣ ਇਹ ਸਭ ਦੇ ਵਿਚਾਲੇ ਇੱਕ 18 ਸਾਲਾ ਲੜਕਾ ਲਵਪ੍ਰੀਤ, ਜਿਸ ਦੀ ਉਮਰ ਹਾਲੇ ਜਵਾਨੀ ਤੱਕ ਪਹੁੰਚੀ ਵੀ ਨਹੀਂ ਸੀ, ਉਸ ਦੇ ਪਰਿਵਾਰਕ ਮੈਂਬਰ ਆਪਣੇ ਲਾਡਲੇ ਦੀ ਲਾਸ਼ ਨੂੰ ਘਰ ਦੇ ਵਿੱਚ ਰੱਖੀ ਬੈਠੇ ਆ। ਕਹਿੰਦੇ ਅਸੀਂ ਸੰਸਕਾਰ ਨਹੀਂ ਕਰਨਾ ਕਿਉਂਕਿ ਇਨਸਾਫ ਨਹੀਂ ਮਿਲਿਆ। ਇਨਸਾਫ ਇਹ ਕਿ ਜਿਹੜੇ ਲੋਕ ਦੋਸ਼ੀ ਹੈ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰੋ, ਬਣਦੀਆਂ ਧਾਰਾਵਾਂ ਦੇ ਅਧੀਨ ਉਹਨਾਂ ਤੇ ਮਾਮਲੇ ਦਰਜ ਹੋ ਜਾਣ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਓ। ਹੁਣ ਜਦੋਂ ਓਵਰਆਲ ਸਿਨੈਰੀਓ ਦੀ ਗੱਲ ਕਰਦੇ ਆ ਯੂਪੀ ਦੇ ਵਿੱਚ, ਤਾਂ ਮਿਸ਼ਰਾ ਪਰਿਵਾਰ ਹੈ ਉਹ ਦਬੰਗ ਦੇ ਤੌਰ ਤੇ ਜਾਣਿਆ ਜਾਂਦਾ ਹੈ, ਔਰ ਦਬੰਗ ਵੀ ਉਸ ਸਰਕਾਰ ਦੇ ਵਿੱਚ ਜਿਸ ਸਰਕਾਰ ਦੇ ਵਿਰੁੱਧ ਇਹ ਲੜਾਈ ਚੱਲ ਰਹੀ ਹੈ। ਕੀ ਉਹ ਸਜ਼ਾ ਜੋ ਲਵਪ੍ਰੀਤ ਦੇ ਮਾਪੇ ਕਹਿ ਰਿਹਾ ਕਿ ਉਹਨਾਂ ਨੂੰ ਮਿਲੂਗੀ? ਰਾਕੇਸ਼ ਟਕੈਤ ਹੋਰਾਂ ਦੀ, ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਤਾਂ ਹੋਈ, ਉਹਦੇ ਵਿੱਚ ਤੈਅ ਹੋ ਗਿਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਪ੍ਰਸ਼ਾਸਨ ਦੇਊਗਾ। ਰਾਕੇਸ਼ ਟਕੈਤ ਹੋਰੀ ਕਹਿੰਦੇ ਹੋਏ ਵੀ ਨਜ਼ਰ ਆਏ ਕਿ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਲਈਆਂ, ਹੁਣ ਅਸੀਂ ਵਾਪਸ ਜਾ ਰਹੇ ਹਾਂ ਤੇ ਪਰਿਵਾਰ ਸੰਸਕਾਰ ਕਰਨਗੇ। ਪਰ ਅਜਿਹਾ ਹੋਇਆ ਨਹੀਂ। ਹਾਲੇ ਵੀ ਉਹ ਲਾਸ਼ਾਂ ਆਪਣਿਆਂ ਦੀਆਂ ਉੱਥੇ ਹੀ ਰੱਖ ਕੇ ਵੈਣ ਪਾ ਰਿਹਾ, ਕੀਰਨੇ ਪਾ ਰਿਹਾ ਔਰ ਮੰਗ ਕਰ ਰਿਹਾ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਤੁਹਾਨੂੰ ਇੱਕ ਵੀਡੀਓ ਦਿਖਾਉਣੇ ਆ, ਲਵਪ੍ਰੀਤ ਦੀ ਭੈਣ ਦੀ ਵੀਡੀਓ ਹੈ, ਜਿਹੜੀ ਕਹਿ ਰਹੀ ਹੈ ਕਿ ਉਮੀਦ ਤਾਂ ਨਹੀਂ ਕਿ ਸਾਨੂੰ ਕੋਈ ਇਨਸਾਫ ਮਿਲੇਗਾ, ਪਰ ਅਸੀਂ ਉਡੀਕ ਕਰ ਰਹੇ ਹਾਂ ਕਿ ਸ਼ਾਇਦ ਸਰਕਾਰ ਉਹਨਾਂ ਦੀ ਸੁਣੇਗੀ। ਤਾਂ ਇਸ ਪੂਰੇ ਮਾਮਲੇ ਤੇ ਜੋ ਕੁਝ ਉਸ ਦਿਨ ਹੋਇਆ, ਮੀਟਿੰਗ ਦੇ ਵਿੱਚ ਜੋ ਕੁਝ ਹੋਇਆ, ਉੱਥੇ ਬਹੁਤ ਸਾਰੇ ਲੀਡਰ ਸੰਯੁਕਤ ਕਿਸਾਨ ਮੋਰਚੇ ਦੇ ਵੀ ਸੀ, ਔਰ ਸੰਯੁਕਤ ਕਿਸਾਨ ਮੋਰਚੇ ਦੇ ਮੋਢਿਆਂ ਤੇ ਜ਼ਿੰਮੇਵਾਰੀ ਸੀ ਕਿ ਉਹਨਾਂ ਪਰਿਵਾਰਾਂ ਨੂੰ ਵੀ ਇਨਸਾਫ ਮਿਲੇ, ਇਸ ਮਾਮਲੇ ਦਾ ਵੀ ਹੱਲ ਹੋਵੇ, ਤਾਂ ਅਗਲੇ ਜਿਹੜੇ ਫੈਸਲੇ ਉਹ ਵੀ ਸੰਯੁਕਤ ਕਿਸਾਨ ਮੋਰਚਾ ਇਸੇ ਸੰਦਰਭ 'ਚੋਂ ਲਵੇ ਕਿ ਜੋ ਉਹ ਮਾਨਸਿਕਤਾ ਨੇ ਕੀਤਾ ਉਸੇ ਸੰਦਰਭ 'ਚੋਂ ਅਗਲੇ ਜਿਹੜੇ ਆ ਫੈਸਲੇ ਨਿਕਲਣ। ਇਹ ਲੋਕ ਉਮੀਦ ਕਰ ਰਹੇ ਨੇ। ਮੇਰੇ ਨਾਲ ਲੀਗਲ ਪੈਨਲ ਤੋਂ
ਰਮਿੰਦਰ ਪਟਿਆਲਾ ਜੀ ਇਸ ਵੇਲੇ ਫੋਨ ਲਾਈਨ ਤੇ ਜੁੜੇ ਆ। ਸਮਝਾਂਗੇ ਪੂਰੀ ਕਹਾਣੀ ਕਿ ਉਸ ਦਿਨ ਜੋ ਚਰਚਾ ਪ੍ਰਸ਼ਾਸਨ ਦੇ ਨਾਲ ਹੋਈ ਉਹਦੇ ਵਿੱਚ ਦਰਅਸਲ ਕਿਸ ਤਰ੍ਹਾਂ ਦਾ ਮਾਹੌਲ ਸੀ ਔਰ ਨਿਕਲਿਆ ਕੀ ਕੁਝ ਹੈ। ਰਮਿੰਦਰ ਜੀ ਬਹੁਤ ਬਹੁਤ ਸਵਾਗਤ। ਧੰਨਵਾਦ ਵੀਰ ਤੁਹਾਡਾ, ਬਹੁਤ ਬਹੁਤ ਸਾਰਿਆਂ ਨੂੰ ਜੀ ਆਇਆਂ ਤੁਹਾਡੇ ਸਰੋਤਿਆਂ ਨੂੰ। ਰਮਿੰਦਰ ਜੀ, ਮੀਟਿੰਗ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ, ਰਕੇਸ਼ ਟਕੈਤ ਹੋਰੀ ਵੀ ਹੁੰਦੇ ਆ, ਤੁਹਾਡੇ ਕੋਲ ਪੂਰੀ ਜਾਣਕਾਰੀ ਹੋਊਗੀ ਉਸ ਮੀਟਿੰਗ ਦੀ, ਉਸ ਮਾਹੌਲ ਦੀ। ਪਹਿਲਾਂ ਤੁਹਾਡੇ ਤੋਂ ਅਸੀਂ ਮਾਹੌਲ ਸਮਝਣਾ ਚਾਹਾਂਗੇ ਕਿਉਂਕਿ ਉਸ ਮਾਹੌਲ ਦੇ ਵਿੱਚ ਇੱਕ ਮੀਟਿੰਗ ਹੋਣੀ ਮਸਲੇ ਨੂੰ ਹੱਲ ਕਰਨ ਦੇ ਲਈ, ਜਿਸ ਮਾਹੌਲ ਦੇ ਵਿੱਚ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਔਰ ਉੱਥੇ ਸਰਕਾਰ ਜਿਹੜੀ ਹੈ ਉਹ ਭਾਜਪਾ ਦੀ ਹੈ, ਪ੍ਰਸ਼ਾਸਨ ਭਾਜਪਾ ਦਾ ਹੈ। ਤਾਂ ਸਮਝਣਾ ਚਾਹਾਂਗੇ ਕਿਸ ਮਾਹੌਲ ਦੇ ਵਿੱਚ ਗੱਲਬਾਤ ਹੁੰਦੀ ਹੈ ਇਸ ਮਸਲੇ ਦੇ ਬਾਰੇ। ਦੇਖੋ, ਇਸ ਘਟਨਾ ਦੀ ਜਿੰਨੀ ਦੂਰ ਦੂਰ ਤੱਕ ਨਖੇਦੀ ਹੋਈ ਜਾਂ ਹੋਰ ਸਾਰਾ ਕੁਝ ਹੋਇਆ ਔਰ ਅਗਲੇ ਦਿਨ ਜਿਸ ਤਰ੍ਹਾਂ ਪ੍ਰੋਟੈਸਟ ਹੋਏ ਇਸ ਦੇ ਵਿਰੋਧ 'ਚ, ਤਾਂ ਕੁਦਰਤੀ ਸੀਗਾ ਕਿ ਇੱਕ ਪ੍ਰੈਸ਼ਰ ਦਾ ਬਣਨਾ ਸੀ। ਬਹੁਤ ਦੁਖਦਾਈ ਹੈ। ਸਾਡੇ 4 ਮਹੱਤਵਪੂਰਨ ਮਿੱਤਰ, ਸਾਡੇ ਦੋਸਤ, ਸਾਡੇ ਸਾਥੀ ਸਾਡੇ ਤੋਂ ਵਿਛੜ ਗਏ ਜੀ। ਸ਼ਹਾਦਤ ਉਹਨਾਂ ਦੀ ਅਜਾਈ ਨਹੀਂ ਜਾਣੀ। ਤਾਂ ਇਸ ਮਾਮਲੇ 'ਚ ਸੀ। ਤਾਂ ਜਦੋਂ ਉੱਥੇ ਪਹੁੰਚੇ ਆ, ਦੇਖੋ ਪਰਿਵਾਰ ਤਾਂ ਗਮਗੀਨ ਸੀ ਜੀ, ਕੋਈ ਦੋ ਰਾਹ ਨਹੀਂ। ਇੱਕ ਜਨਰਲ ਵੀ ਇੱਕ ਟੈਂਸ ਮਾਹੌਲ ਸੀਗਾ ਵੀ ਇਹ ਹਿੰਦੂ ਸਿੱਖ ਚ ਨਾ ਬਦਲਦਾ। ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਜਦੋਂ ਸਾਰੇ ਉੱਥੇ ਆਗੂ ਪਹੁੰਚੇ ਨੇ, ਟਕੈਤ ਸਾਹਿਬ ਪਹੁੰਚੇ, ਸੁਰੇਸ਼ ਪਾਠ ਪਹੁੰਚੇ, ਮੈਂ ਖੁਦ ਪਹੁੰਚ ਗਿਆ ਸੀ ਜੀ, ਕੁਲਦੀਪ ਵਜੀਦਪੁਰ ਪਹੁੰਚੇ, ਜਗਤਾਰ ਬਾਜਵਾ ਸੀ, ਗੁਰਮੀਤ ਮੰਗਟ ਸੀ। ਠੀਕ। तो इस तरह गाजीपुर बॉर्डर की कमेटी चो धर्मपाल जी सी, यादवान साहब सी, धर्मेंद्र मलिक सी, लगभग संयुक्त किसान मोर्चे के 10-12 प्रोमीनेंट बंदे उत्थे पहुंच गए सी जी। रोकां दे बावजूद या होर सारियां चीज़ां दे बावजूद वो पहुंच गए। तो जदों ये होई है तो उस तो पहला जिहड़े उस इलाके दे जिहड़े साडे किसान भाईचारे दे आगू सी ਪਰਿਵਾਰਾਂ ਨਾਲ ਜੁੜ ਕੇ, ਇਸ ਤੋਂ ਇਲਾਵਾ ਬਾਬਾ ਅਨੂਪ ਸਿੰਘ ਸੀਗੇ ਜਿਹੜੇ ਗਾਜ਼ੀਪੁਰ ਬਾਰਡਰ ਦੇ ਹੋਰ ਥਾਵਾਂ ਤੇ ਵੀ ਲੰਗਰ ਦੀ ਨਿਰੰਤਰ ਸੇਵਾ ਕਰ ਰਹੇ। ਤਾਂ ਇਹ ਸਾਰੇ ਸੀਗੇ। ਉਦੋਂ ਪ੍ਰਸ਼ਾਸਨ ਜਿਹੜੀ ਯੋਗੀ ਗਵਰਨਮੈਂਟ ਨੇ ਟੀਮ ਬਣਾਈ ਸੀ, ਉਹ ਟੀਮ ਆਈ ਕਿ ਵੀ ਅਸੀਂ ਗਾਂਵ ਦਾ ਜਿਹੜਾ ਨਿਆਂ ਕਰਨਾ ਚਾਹੁੰਦੇ ਹਾਂ। ਬਹੁਤ ਬੜੀ ਗੱਲ ਦੱਸੋ ਜੀ। ਉਹਨਾਂ ਦੇ ਸਾਹਮਣੇ ਉਹਨਾਂ ਨੇ ਗੱਲ ਰੱਖੀ ਵੀ ਅਸੀਂ ਆਹ ਚੀਜ਼ਾਂ ਕਰ ਸਕਦੇ ਜੀ, ਤੇ ਸਾਨੂੰ ਦੱਸੋ ਹੋਰ ਵੀ ਕੁਝ ਗੱਲ ਹੈਗੀ ਹੈ ਤਾਂ ਡਿਮਾਂਡਸ ਰੱਖੋ ਆਪਣੀ। ਤਾਂ ਪਰਿਵਾਰਾਂ ਦੇ ਨਾਲ ਬੈਠ ਕੇ, ਉਸ ਇਲਾਕੇ ਦੇ ਲੋਕਾਂ ਨਾਲ, ਮੋਹਰੀਆਂ ਨਾਲ ਬੈਠ ਕੇ ਫਿਰ ਟਕੈਤ ਸਾਹਿਬ ਨੇ ਤੇ ਧਰਮਿੰਦਰ ਮਲਿਕ ਹੋਣਾ ਨੇ ਇੱਕ ਡਿਮਾਂਡ ਚਾਰਟਰ ਹੈ ਜਿਹੜਾ ਉਹ ਬਣਾ। ਤਾਂ ਉਸ ਡਿਮਾਂਡ ਚਾਰਟਰ ਦੇ ਮੁਤਾਬਕ ਹੀ ਗੱਲ ਹੈ ਜਿਹੜੀ ਉਹ ਅੱਗੇ ਤੁਰੀ। ਸਭ ਤੋਂ ਪਹਿਲਾਂ ਤਾਂ ਜਿਹੜੀ ਪਰਿਵਾਰਾਂ ਦਾ ਇਹ ਸੀਗਾ ਵੀ ਅਸੀਂ ਕੰਪਲੇਂਟ ਦਿੱਤੀ ਹੈ, ਸਾਡੀ ਉਹ ਕੰਪਲੇਂਟ ਸੁਣਵਾਈ ਨਹੀਂ। तो वो कंप्लेंट प्रशासन ने जिन्होंने कहते हुए ने बिना कोई कॉमा, बिना कोई वर्ड कटे उसमें FIR च डॉक्यूमेंट कर दिता जी। वो मिश्रा दे जिहड़ा है होम मिनिस्टर राज गृह मंत्री है अजय मिश्रा ਉਹਦਾ ਬੇਟਾ ਹੈ ਜਿਹੜਾ ਹੈ ਨਾ, ਉਹਦਾ ਜਿਹੜਾ ਬੇਟਾ ਆ ਆਸ਼ੀਸ਼ ਮਿਸ਼ਰਾ, ਉਹਦੇ ਚ ਬਾਈ ਨੇਮ ਹੈ ਆਸ਼ੀਸ਼ ਮਿਸ਼ਰਾ, ਉਹਦਾ ਬਾਈ ਨੇਮ ਹੈ ਅਜੇ ਮਿਸ਼ਰਾ ਦੀ ਇੱਕ ਟੇਪ ਵੀਡੀਓ ਵਾਇਰਲ ਹੋਈ ਹੈ ਜਿਸ ਚ ਉਹ ਇਹ ਸਾਰੀਆਂ ਗੱਲਾਂ ਨੂੰ ਦਰਸਾਉਂਦਾ ਹੈ। ਸਾਰੀਆਂ ਗੱਲਾਂ ਉਹਨਾਂ ਦੀ ਕੰਪਲੇਂਟ ਸੀ ਜੀ, ਔਰ ਇਹ ਕੰਪਲੇਂਟ FIR ਚ ਆ ਗਈ ਜੀ। ਠੀਕ ਹੈ। ਔਰ ਉਸੇ ਚੋਂ 302 ਦਾ ਪਰਚਾ ਤੇ 120 ਵੀ ਹੈ ਜਿਹੜੀ ਉਸੇ ਤਹਿਤ ਲੱਗੀ ਹੈ, ਜਿਹੜੀ ਇੱਕ ਸਾਜ਼ਿਸ਼ ਚ ਸ਼ਾਮਲ ਹੋਣ ਵਾਲੀ ਗੱਲ ਜੀ। तो वो FIR रजिस्टर हो गई। इस तो इलावा सीगा कि ਉਹਦੀ ਗ੍ਰਿਫਤਾਰੀ ਦਾ ਇਸ਼ੂ ਸੀ ਜੀ। तो ਪ੍ਰਸ਼ਾਸਨ ਨੇ ਉਹਦੇ ਚ 7 ਤੋਂ 8 ਦਿਨ ਦਾ ਟਾਈਮ ਮੰਗਿਆ। ਠੀਕ। तो ਇਸ ਮਾਮਲੇ 'ਚ ਜਦੋਂ ਇਹ ਟਾਈਮ ਦਿੱਤਾ ਗਿਆ, ਉਸ ਤੋਂ ਪਹਿਲਾਂ ਆਪਣਾ ਲੋਕਲ ਜਿਹੜਾ ਉੱਥੇ ਸਾਰਾ ਭਾਈਚਾਰਾ ਹੈ, ਕਿਸਾਨ ਭਾਈਚਾਰਾ, ਉਹਨਾਂ ਦੇ ਮੁੱਖ ਬੰਦੇ ਬਾਬਾ ਅਨੂਪ ਸਿੰਘ ਵੀ ਉਹ ਸਾਰੇ ਇਕੱਠੇ ਬੈਠੇ ਆ। ਔਰ ਇਸ ਬੈਠਣ 'ਚ ਜਿਸ ਥਾਂ ਤੇ ਉਹਨਾਂ ਦੀ ਜੋ ਸਹਿਮਤੀ ਬਣੀ ਹੈ, ਜਿਸ ਤਰ੍ਹਾਂ ਉਹਨਾਂ ਲੋਕਾਂ ਨੇ ਚਾਹਿਆ, ਉਸ ਹਿਸਾਬ ਨਾਲ ਹੀ ਇਹ ਫੈਸਲਾ ਅੱਗੇ ਨੂੰ ਹੈਗਾ। ਅਸੀਂ SKM ਡਿਮਾਂਡ ਕਰਦਾ ਹੈਗਾ ਕਿ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਮੰਤਰੀ ਮੰਡਲ 'ਚ। ਠੀਕ। ਇਹ ਮੰਗ ਹੈਗੀ। ਇਸ ਤੇ ਅੱਗੇ ਵੀ ਕੁਛ ਨਾ ਕੁਛ ਹੋਊਗਾ, ਪ੍ਰੋਟੈਸਟ ਹੋਣਗੇ, ਵਿਚਾਰ ਅਧੀਨ ਗੱਲ, ਮੀਟਿੰਗਾਂ ਹੋਣੀਆਂ ਨੇ। ਰਮਿੰਦਰ ਜੀ, ਜਿਹੜੀ ਇਹ ਮੀਟਿੰਗ ਹੋਈ
ਜਿਹੜੀ ਇਹ ਮੀਟਿੰਗ ਹੋਈ ਉਸ ਦੇ ਵਿੱਚ ਮ੍ਰਿਤਕਾਂ ਦੇ ਪਰਿਵਾਰ ਵੀ ਸ਼ਾਮਲ ਸੀ ਉਸ ਵੇਲੇ ਜਦੋਂ ਰਕੇਸ਼ ਟਕੈਤ ਹੋਰਾਂ ਨੇ? ਅਸੀਂ ਇਹ ਕਹੀਏ ਕਿ ਮ੍ਰਿਤਕਾਂ ਦੇ ਜਿਹੜੇ ਉੱਥੇ ਆਪਣੇ ਪੰਜਾਬੀ ਭਾਈਚਾਰੇ ਦੇ ਮੋਹਤਬਰ ਬੰਦੇ ਸੀ ਉਹਨਾਂ ਨੇ ਪਰਿਵਾਰਾਂ ਨਾਲ ਗੱਲ ਕੀਤੀ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਪਰਿਵਾਰਾਂ ਨਾਲ ਪਹਿਲਾਂ ਜ਼ਰੂਰ ਗੱਲ ਕਰ ਲਓ। ਅਸੀਂ ਬਾਹਰਲੇ ਸਾਨੂੰ ਨਹੀਂ ਪਤਾ, ਤੁਹਾਨੂੰ ਉਹਦੇ ਸਾਰਿਆਂ ਦੇ ਪਰਿਵਾਰਾਂ ਦਾ ਪਤਾ ਕੌਣ ਕਿਵੇਂ ਹੈ ਕਿਵੇਂ ਨਹੀਂ, ਵੀ ਤੁਸੀਂ ਸਭ ਨਾਲ ਇੱਕ ਵਾਰੀ ਗੱਲ ਕਰ ਲਓ। ਇਹ ਆਗੂਆਂ ਨੇ ਜ਼ਿੰਮੇਵਾਰੀ ਲਈ, ਉੱਥੋਂ ਦੇ ਲੋਕਲ ਆਗੂਆਂ ਨੇ? ਹਾਂਜੀ, ਉੱਥੋਂ ਦੇ ਲੋਕਲ ਆਗੂਆਂ ਨੇ ਜ਼ਿੰਮੇਵਾਰੀ ਲਈ ਕਿ ਅਸੀਂ ਪਰਿਵਾਰਾਂ ਦੇ ਨਾਲ ਗੱਲ ਕਰਕੇ ਫਾਈਨਲ ਕਰਦੇ ਹਾਂ। ਜਿਹੜੇ ਯੂਪੀ ਦੀ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ, ਜਗਤਾਰ ਬਾਜਵਾ ਜੀ ਔਰ ਸਾਰੇ ਇਹ ਵੀ ਇਨਵੋਲਵ ਸੀ ਉੱਥੇ। ਜਗਤਾਰ ਸਿੰਘ ਵਿਰਕ ਸੀ ਜਿਹੜੇ ਉਸ ਇਲਾਕੇ ਦੇ ਨਾਲ ਜੁੜੇ ਹੋਏ ਨੇ। ਇਹ ਸਾਰੇ ਲੋਕਾਂ ਨੇ ਈਵਨ ਜਦੋਂ ਇਹ ਸਾਰਾ ਕੁਝ ਹੋਇਆ ਪਰਿਵਾਰਾਂ ਦੀ ਸਹਿਮਤੀ ਨਾਲ ਤੇ ਬਾਬਾ ਅਨੂਪ ਸਿੰਘ ਔਰ ਇਹ ਸਾਰੇ ਲੋਕ ਉਹਦੇ ਵਿੱਚ ਸੀਗੇ। ਔਰ ਅਸੀਂ ਇਹ ਪ੍ਰਸ਼ਾਸਨ ਤੇ ਇੱਕ ਗੱਲ ਛੱਡਤੀ ਸੀ ਕਿ ਅਸਲ ਲੜਾਈ ਇਹ ਲੋਕ ਲੜ ਰਹੇ ਨੇ ਔਰ ਇਹਨਾਂ ਦੀਆਂ ਜੋ ਮੰਗਾਂ ਨੇ ਜਿੰਨੀ ਤੱਕ ਇਹ ਪੂਰੀਆਂ ਨਹੀਂ ਹੋਣਗੀਆਂ ਸੀ। ਉਹਨਾਂ ਦੀ ਇੱਕ ਮੰਗ ਤਾਂ ਇਹ ਸੀ ਕਿ 302 ਦਾ ਪਰਚਾ ਹੋਵੇ, 120 ਵੀ ਉਹਦੇ ਬਾਪ ਦਾ ਵੀ ਜਿਹੜਾ ਸਾਜ਼ਿਸ਼ ਸ਼ਾਮਲ ਉਹ ਵਿੱਚ ਆ। ਉਹ 302 ਦਾ ਨੇਮ ਉਹਦੇ ਤੇ ਹੋਇਆ। ਠੀਕ ਹੈ। ਦੂਜੀ ਮੰਗ ਸੀ ਗ੍ਰਿਫਤਾਰੀ ਦੀ ਕਿ ਲੜਕੇ ਦੀ ਮੈਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਤਾਂ ਪ੍ਰਸ਼ਾਸਨ ਨੇ ਉਹਦੇ 'ਚ ਇਹ ਕਿਹਾ ਵੀ ਸਾਨੂੰ 7 ਤੋਂ 8 ਦਿਨ ਦਿਓ। ਤਾਂ ਇਸ 'ਚ ਇਹ ਸੀਗਾ ਵੀ ਕੀ 7-8 ਦਿਨ ਤੋਂ ਬਾਅਦ ਜੇ ਨਾ ਹੋਇਆ ਤਾਂ ਉਸ 'ਚ ਜਦੋਂ ਆਪਸ 'ਚ ਬੈਠਿਆ ਤਾਂ ਆਪਸੀ ਰਾਏ ਇਹ ਨਿਕਲੀ ਸੀਗੀ ਵੀ ਫਿਰ ਭੋਗ ਤੱਕ ਜਦੋਂ ਸ਼ੋਕ ਸਭਾ ਹੋਊਗੀ ਜਾਂ ਸ਼ਰਧਾਂਜਲੀ ਸਮਾਗਮ ਹੋਊਗਾ ਤਾਂ ਜੇ ਉਹ ਨਹੀਂ ਕਰਨਗੇ ਤਾਂ ਉਹਦੇ 'ਚ ਕੁਝ ਵੱਡਾ ਐਲਾਨ। ਇਹ ਲਗਭਗ ਸਾਰਿਆਂ ਦੀ ਸਭ ਭਾਈਚਾਰੇ ਦੀ ਸਹਿਮਤੀ ਆਪਸ 'ਚ ਉੱਥੇ ਹੋ ਕੇ ਇਹ ਗੱਲ। ਰਮਿੰਦਰ ਜੀ ਜਿਹੜੀ ਹੁਣ ਤਾਜ਼ਾ ਜਿਹੜੇ ਹਾਂਜੀ ਸਾਡੇ ਸਾਹਮਣੇ ਸਵਾਲ ਮੁਆਵਜ਼ੇ ਦਾ ਮੇਨ ਨਹੀਂ ਹੈ। ਠੀਕ ਹੈ। ਅਸੀਂ ਬਿਲਕੁਲ ਪ੍ਰਸ਼ਾਸਨ ਨੂੰ ਇਹ ਕਹਿ ਦਿੱਤਾ ਸੀ ਵੀ ਮੁਆਵਜ਼ਾ ਕੋਈ ਮੈਟਰ ਨਹੀਂ, ਉਸ 'ਚ ਨਿਆਂ ਮੈਟਰ ਹੈ, ਇਨਸਾਫ ਮੈਟਰ ਹੈ। ਔਰ ਇਹ ਗੁੰਡਾਗਰਦੀ ਹੋਈ ਹੈ, ਇਸ ਗੁੰਡਾਗਰਦੀ 'ਚ ਇਨਸਾਫ ਚਾਹੀਦਾ। ਤਾਂ ਇਹ ਇੱਕ ਮੈਟਰ ਸੀ। ਇਸ ਤੋਂ ਇਲਾਵਾ ਸੀਗਾ ਵੀ ਬੋਲੋ ਜੀ ਰਮਿੰਦਰ ਜੀ, ਮੈਂ ਤੁਹਾਡੀ ਗੱਲ ਕੱਟ ਰਿਹਾ ਕਿ ਜੋ ਹੁਣ ਦੇ ਹਾਲਾਤ ਹੈਗੇ ਆ ਉਹ ਤੁਹਾਨੂੰ ਪਤਾ ਹੈ। ਲਵਪ੍ਰੀਤ ਦਾ ਪਰਿਵਾਰ ਆਪਣੇ ਬੱਚੇ ਦਾ ਸੰਸਕਾਰ ਕਰਨ ਨੂੰ ਤਿਆਰ ਨਹੀਂ ਹੈਗਾ ਹਾਲੇ ਵੀ। ਉਹ ਹਾਲੇ ਵੀ ਕਹਿੰਦੇ ਨੇ ਕਿ ਸਾਨੂੰ ਇਨਸਾਫ ਚਾਹੀਦਾ। ਉਹ ਕਹਿੰਦੇ ਸਾਨੂੰ ਜੇ ਮੁਆਵਜ਼ਾ ਦਿੱਤਾ ਜਾ ਰਿਹਾ ਤਾਂ ਸਾਨੂੰ ਮੁਆਵਜ਼ੇ ਦੀ ਜ਼ਰੂਰਤ ਨਹੀਂ, ਕਿਉਂਕਿ ਸਾਡਾ ਬੱਚਾ ਇਸ ਦੁਨੀਆ ਤੋਂ ਗਿਆ ਤਾਂ ਉਹਨਾਂ ਲੋਕਾਂ ਨੂੰ ਜਲਦ ਤੋਂ ਜਲਦ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਸਾਡੇ ਕੋਲ FIR ਦੀ ਕਾਪੀ ਵੀ ਨਹੀਂ ਮਿਲੀ। ਸਾਨੂੰ ਇਹ ਸ਼ੋਰ ਨਹੀਂ ਹੈ ਕਿ ਉਹਨਾਂ 'ਤੇ FIR ਕਿਸ ਪ੍ਰਕਾਰ ਦੀ ਹੋਈ ਹੈ, ਕਿਉਂਕਿ ਉਹ ਭਰੋਸਾ ਨਹੀਂ ਕਰਦੇ ਉੱਥੋਂ ਦੀ ਸਰਕਾਰ ਤੇ ਉੱਥੋਂ ਦੇ ਪ੍ਰਸ਼ਾਸਨ 'ਤੇ। ਤਾਂ ਸਿੱਧੇ ਤੌਰ 'ਤੇ SKM ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੈਟੀਸਫਾਈ ਕਰਵਾਉਣ ਉਸ ਪਰਿਵਾਰ ਨੂੰ, ਕਿਉਂਕਿ ਉਹ ਪਰਿਵਾਰ ਜੀ। ਮੈਂ ਤੁਹਾਨੂੰ ਦੇਖੋ ਉੱਥੋਂ ਜਦੋਂ ਕੱਲ ਰਾਤ ਨੂੰ ਤੁਰਿਆ ਤਾਂ ਇਸ ਪਰ ਕਿਉਂਕਿ ਧਰਮਿੰਦਰ ਮਲਕ ਉਹਨਾਂ ਕੋਲ FIR ਦੀ ਕਾਪੀ ਆ ਗਈ ਹੈ। ਠੀਕ ਹੈ। FIR ਦੀ ਕਾਪੀ ਕੋਈ ਵੀ ਕਢਾ ਸਕਦਾ, ਉਹਦਾ ਨੰਬਰ ਭਰ ਕੇ ਤੇ ਪੁਲਿਸ ਸਟੇਸ਼ਨ ਭਰ ਕੇ ਉਹ ਆਨਲਾਈਨ ਮਿਲ ਜਾਂਦੀ, ਕੋਈ ਪ੍ਰੋਬਲਮ। ਪਰ ਜੋ ਫੇਲ ਹੈ ਇਸ ਕਰਕੇ ਉਹ ਦਿੱਕਤ ਹੈ। ਤਾਂ ਇਹ ਗੱਲ ਜਦੋਂ ਮੇਰੇ ਨੋਟਿਸ 'ਚ ਅੱਜ ਆਈ ਹੈ ਕਿ ਮੈਂ ਰਾਤ ਨਿਕਲ ਆਇਆ ਸੀ ਤਾਂ ਮੈਂ ਉੱਥੇ ਗਏ ਵੀ ਧਰਮਿੰਦਰ ਮਲਕ ਉਹਨਾਂ ਨੂੰ ਕਹੋ ਕਿ ਸਾਰੇ ਪਰਿਵਾਰਾਂ ਨੂੰ ਇੱਕ ਕਾਪੀ ਕਰਾ ਕੇ ਦੇ ਦੇਣੀ। ਇਹਦੀ ਕੀ ਪ੍ਰੋਬਲਮ ਹੈ? ਕੋਈ ਸਮੱਸਿਆ ਨਹੀਂ ਹੈ। ਇਹ ਤਾਂ ਹੁਣ ਮੀਡੀਆ 'ਚ ਹੀ ਆ ਗਿਆ ਕਿ 302 ਦਾ ਉਹਦੇ ਤੇ ਬਾਈ ਨੇਮ ਪਰਚਾ ਹੈਗਾ ਆ। ਇਹ ਲੁਕੀ ਹੋਈ ਗੱਲ ਨਹੀਂ ਹੈ। ਇਹ ਕੋਈ ਇਸ ਤਰ੍ਹਾਂ ਦਾ ਨਹੀਂ ਵੀ ਇਹਦੇ 'ਚ ਕੁਝ ਛੁਪਾਇਆ ਜਾ ਰਿਹਾ। ਪਰ ਦੇਖੋ ਪਰਿਵਾਰਾਂ ਦਾ ਦੁੱਖ ਬਹੁਤ ਵੱਡਾ ਨਾ ਰਵਿੰਦਰ ਜੀ। ਉਹ ਮੈਂ ਸਮਝਦਾ ਉਸ ਗੱਲ ਨੂੰ, ਮੈਂ ਸਮਝਦਾ। ਮੈਂ ਤਾਂ ਉਸ ਤੋਂ ਮੇਨ ਚੀਜ਼ ਜਿਹੜੀ ਆ ਰਹੀ ਹੈ ਜਿਹੜੀ ਇਹ ਸੀ ਕਿ ਵੀ ਜਿਹੜਾ ਪੋਸਟਮਾਰਟਮ ਦੇ ਮਾਮਲੇ 'ਚ ਲੈ ਕੇ ਪ੍ਰੋਬਲਮ ਆ ਜਿਹੜੀ ਉਹ ਫਸੀ ਹੋਈ ਜਿਹੜੀ ਮੇਰੇ ਕੋਲੇ ਹੁਣ ਇਨਫੋਰਮੇਸ਼ਨ ਹੈ। ਤਾਂ ਅਸੀਂ ਉਹਦੇ 'ਚ ਇਹ ਸੁਜੈਸਟ ਕੀਤਾ ਕੁਝ ਲੋਕ ਇਹ ਲਿਆ ਰਹੇ ਸੀ ਵੀ ਪੰਜਾਬ ਤੋਂ ਕਰਾਓ। ਸਾਨੂੰ ਲੱਗਦਾ ਸੀ ਵੀ ਇਹ ਹਿੰਦੂ ਸਿੱਖ ਬਣਾਊਗਾ ਮਾਮਲਾ ਔਰ ਇਹ ਸਾਡਾ ਭਾਈਚਾਰਾ ਉੱਥੇ ਨਹੀਂ ਬਣਦਾ ਜੀ। ਇਹ ਉਹਨਾਂ ਦੇ ਮਨ 'ਚ ਇਹ ਭਾਵਨਾ ਹੈਗੀ ਵੀ ਇਹ ਜੇ ਹੋਊਗਾ ਤਾਂ ਸਾਡਾ ਨੁਕਸਾਨ ਹੋਊਗਾ। ਔਰ ਅਸੀਂ ਕੋਈ ਵੀ ਕਿਸਾਨ ਜਥੇਬੰਦੀਆਂ ਦਾ ਲੀਡਰ ਆਪਣੇ ਭਾਈਚਾਰੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ। ਠੀਕ ਹੈ। ਤਾਂ ਇਸ 'ਚ ਇਹ ਸੀਗਾ ਵੀ ਇਸ ਨੂੰ ਸਾਡੀ ਸਲਾਹ ਇਹ ਸੀਗੀ ਵੀ ਤੁਸੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਤੋਂ ਡਾਕਟਰਾਂ ਦੇ ਇੱਕ ਬੋਰਡ ਬਣਾ ਕੇ ਉਹਦੇ ਤੋਂ ਕਰਾ ਲਓ। ਜੇ ਉਸ ਪਹਿਲੇ ਪੋਸਟਮਾਰਟਮ ਤੇ ਡਾਕਟਰਾਂ ਦੀ ਟੀਮ ਤੇ ਜੇ ਕੋਈ ਇਸ ਤੇ ਇਤਰਾਜ਼ ਹੈ ਤਾਂ ਇਸ ਤੇ ਜਦੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਜਾਂ ਉੱਥੇ ਲੋਕਲ ਜਥੇਬੰਦੀਆਂ ਦੀ ਆਪਸੀ ਸਹਿਮਤੀ ਇਸ ਗੱਲ ਤੇ ਬਣੀ ਹੈ ਕਿ ਵੀ ਏਮਸ ਵੀ ਮੋਦੀ ਦੇ ਅੰਡਰ ਹੈ ਤਾਂ ਵੀ ਅਸੀਂ ਯੂਪੀ ਦੇ ਵੱਖ-ਵੱਖ ਹਿੱਸਿਆਂ 'ਚੋਂ ਡਾਕਟਰਾਂ ਦਾ ਇੱਕ ਬੋਰਡ ਗਠਨ ਕਰਕੇ ਉਹਦੇ ਰਾਹੀਂ ਰੀ ਪੋਸਟਮਾਰਟਮ ਹੈ ਜਿਹੜਾ ਕਰਾਉਣਾ।
ਇਹ ਆਲਰੇਡੀ ਪਹਿਲਾਂ ਹੀ ਸੀ ਵੀ ਟੀਮ ਕਰੂਗੀ ਤੇ ਉਹਦੀ ਵੀਡੀਓਗ੍ਰਾਫੀ ਹੋਊਗੀ। ਤੇ ਜੇ ਇਸ ਮਾਮਲੇ 'ਚ ਲੋਕਾਂ ਨੂੰ ਹਾਲੇ ਵੀ ਇਹ ਲੱਗਦਾ ਵੀ ਨਿਆਂ ਨਹੀਂ ਹੈ ਜਾਂ ਇਸ 'ਚ ਕੋਈ ਗੱਲ ਛੁਪਾਈ ਜਾ ਰਹੀ ਹੈ, ਤਾਂ ਉਸ ਦੀ ਦੂਸਰਾ ਰਸਤਾ ਜਥੇਬੰਦੀਆਂ ਨੇ ਲਿੱਤਾ ਔਰ ਉਹ ਪ੍ਰਸ਼ਾਸਨ ਨੇ ਮੰਨ ਲਿਆ, ਯੂਪੀ ਸਰਕਾਰ ਨੇ ਉਹ ਹੋਣ ਜਾ ਰਿਹਾ ਹੈਗਾ ਆ। ਤਾਂ ਮੈਨੂੰ ਲੱਗਦਾ ਵੀ ਮੇਰੇ ਕੋਲੇ ਹਾਲ ਦੀ ਤੱਕ ਇੰਨੀ ਗੱਲ ਹੈ ਵੀ ਬਾਕੀ ਹੋਰ ਪਰਿਵਾਰਾਂ ਦੇ ਕਿਵੇਂ FIR ਦੀ ਕਾਪੀ ਧਰਮਿੰਦਰ ਮਲਿਕ ਕੋਲੇ ਹੁਣ ਕੋਲੇ ਹੈਗੀ ਹੈ, ਤੁਹਾਡੇ ਤੋਂ ਮੈਨੂੰ ਗੱਲ ਪਤਾ ਲੱਗੀ ਹੈਗੀ ਇਹ, ਮੈਂ ਉਹਨਾਂ ਨੂੰ ਕਹਿ ਦਿੰਦਾ ਵੀ FIR ਦੀਆਂ ਫੋਟੋ ਕਾਪੀਆਂ ਕਰਾ ਕੇ ਸਾਰੇ ਪਰਿਵਾਰਾਂ ਨੂੰ ਦੇ ਦਿਓ। ਇਸ ਮਾਮਲੇ 'ਚ ਇਹਦੇ 'ਚ ਲੁਕਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਨਹੀਂ ਬਿਲਕੁਲ ਬਿਲਕੁਲ, ਕਿਉਂਕਿ ਭਾਵਨਾਵਾਂ ਨਾਲ ਜੁੜੀ ਹੋਈ ਇਹ ਸਾਰੀ ਗੱਲਬਾਤ ਹੈ, ਕਿਸੇ ਨਾਲ ਧੋਖੇ ਦੀ ਕੋਈ ਗੁੰਜਾਇਸ਼ ਵੀ ਨਹੀਂ ਹੈਗੀ। ਪਰ ਮੈਂ ਮੁੜ ਕੇ ਉਸ ਪੁਆਇੰਟ ਤੇ ਆਉਣਾ ਹੈ ਰਮਿੰਦਰ ਜੀ, ਕਿ ਜਿਹੜਾ ਪਰਿਵਾਰ ਅੱਜ ਮੀਡੀਆ ਦੇ ਵਿੱਚ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਅਸੀਂ ਆਪਣੇ ਬੱਚੇ ਦਾ ਜਦ ਤੱਕ ਸੰਸਕਾਰ ਨਹੀਂ ਕਰਾਂਗੇ, ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ। ਹੁਣ ਇਨਸਾਫ ਤਾਂ ਉਹ ਇਸੇ ਗੱਲ ਨੂੰ ਹੀ ਕਹਿੰਦੇ ਰਹੇ ਨੇ ਕਿ ਦੋਨੋਂ ਮਿਸ਼ਰਾ ਪਿਓ ਪੁੱਤ ਨੂੰ ਗ੍ਰਿਫਤਾਰ ਕਰੋ, ਉਹਨਾਂ ਨੂੰ ਸਲਾਖਾਂ ਪਿੱਛੇ ਭੇਜੋ। ਹੁਣ ਉਹਨਾਂ ਨੂੰ ਗ੍ਰਿਫਤਾਰ ਕਰਨ 'ਤੇ ਹਫ਼ਤਾ ਲੱਗਦਾ ਹੈ ਜਾਂ 10 ਦਿਨ ਲੱਗਦੇ ਨੇ, ਤਾਂ ਉਹਦੇ ਵਿਚਾਲੇ ਉਹਦਾ ਹੱਲ ਕੀ ਕੱਢਦੇ ਹੋ? ਮੋਰਚਾ ਉਹਦਾ ਹੱਲ ਕੀ ਕਰਦਾ ਹੈ? ਪਰਿਵਾਰ ਤੱਕ ਪਹੁੰਚ ਕਰਦੇ ਹੋ ਜਾਂ ਪੰਜਾਬ ਦੀਆਂ 32 ਜਥੇਬੰਦੀਆਂ ਅਸੀਂ ਹੁਣੇ ਫੌਰੀ ਮਿਲ ਰਹੇ ਹਾਂ। ਮੈਂ ਤੁਹਾਨੂੰ ਮੀਟਿੰਗ ਦੇ ਇਕੱਠੇ ਹੋ ਰਹੇ ਸੀਗੇ ਤਾਂ ਇੱਥੋਂ ਹੀ ਉੱਠ ਕੇ ਆਇਆ, ਮੈਂ ਹੁਣੇ ਉੱਥੋਂ ਪਹੁੰਚਿਆ ਆਇਆ ਸੀ ਜੀ ਕੁਝ ਸਮਾਂ ਪਹਿਲਾਂ ਹੀ। ਠੀਕ ਹੈ, ਅਸੀਂ ਇਹ ਪਾਇਆ, ਮੈਂ ਖੁਦ ਇਸ ਗੱਲ ਦਾ ਹੈਗਾ ਕਿ ਮਿਨਿਸਟਰ ਦੀ ਬਰਖਾਸਤੀ ਦੀ ਮੰਗ ਨੂੰ ਲੈ ਕੇ ਤੇ ਉਹਦੇ ਪੁੱਤ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਿਸਾਨ ਮੋਰਚੇ ਨੂੰ ਕੋਈ ਆਲ ਇੰਡੀਆ ਪ੍ਰੋਟੈਸਟ ਦੀ ਕਾਲ ਦੇਣੀ ਚਾਹੀਦੀ ਹੈ। ਇਹ ਮੇਰਾ ਵਿਚਾਰ ਹੈ, ਤਾਂ ਮੈਂ ਆਪਣਾ ਵਿਚਾਰ ਮੀਟਿੰਗ 'ਚ ਰੱਖਣ ਜਾ ਰਿਹਾ। ਮੈਂ ਉੱਥੋਂ ਦੀ ਰਿਪੋਰਟ ਵੀ ਕਰਨੀ ਆ ਸਾਰੀ ਮੀਟਿੰਗ ਨੂੰ, ਵੀ ਕੀ ਹੈ ਉੱਥੇ ਹਾਲਾਤ ਕੀ। ਠੀਕ ਹੈ ਨਾ, ਹਾਂ, ਇਹ ਸਾਰਾ ਮੈਂ ਰਿਪੋਰਟ ਕਰਨਾ, ਬੱਤੀਆਂ 'ਚ ਸਾਰੀ ਗੱਲ ਦੱਸਣੀ ਔਰ 32 ਜਥੇਬੰਦੀਆਂ 'ਚ ਕੁਛ ਨਾ ਕੁਛ। ਇੱਕ ਸਵਾਲ ਵਾਰ-ਵਾਰ ਆਉਂਦਾ ਰਮਿੰਦਰ ਜੀ, ਆਖਰੀ ਸਵਾਲ ਹੈ ਮੇਰਾ, ਕਿ ਕੀ ਜੋ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ, ਕਿਉਂਕਿ ਮੈਂ ਉਸੇ ਸੰਦਰਭ 'ਚੋਂ ਇਹ ਸਵਾਲ ਕਰ ਰਿਹਾ ਜਿਸ ਦੇ ਆਲੇ ਦੁਆਲੇ ਆਪਣੀ ਇਹ ਗੱਲਬਾਤ ਚੱਲ ਰਹੀ ਹੈ, ਲਵਪ੍ਰੀਤ ਦੀ ਫੈਮਿਲੀ ਦੇ ਆਲੇ ਦੁਆਲੇ, ਕੀ ਰਾਕੇਸ਼ ਟਕੈਤ ਹੋਰਾਂ ਦਾ ਜਾਂ ਫਿਰ ਗੁਰਵਿੰਦਰ ਦੀ ਇਨਫੋਰਮੇਸ਼ਨ ਤੇ ਪੋਸਟਮਾਰਟਮ ਦਾ ਸਵਾਲ ਹੈ ਜਿਹੜਾ ਉਹ ਇਨਫੋਰਮੇਸ਼ਨ। ਹਾਂਜੀ, ਕਿਉਂਕਿ ਇਹ ਸਵਾਲ ਥੋੜਾ ਜਿਹਾ ਕਲੀਅਰ ਕਰ ਦੇਣਾ ਕਿ ਕੀ ਜੋ ਫੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਜਾਂ ਰਾਕੇਸ਼ ਟਕੈਤ ਹੋਰਾਂ ਨੇ ਕਰਕੇ ਜੋ ਮੀਡੀਆ ਦੇ ਵਿੱਚ ਦੱਸਤਾ, ਉਸ ਨੂੰ ਮਤਲਬ ਫਾਈਨਲ ਮੰਨ ਲਿਆ ਜਾਵੇ, ਉਸ ਨੂੰ ਆਖਰੀ ਮੰਨ ਲਿਆ ਜਾਵੇ ਕਿ ਇਹੋ ਹੀ ਫੈਸਲਾ ਸੀ ਜੋ ਆਉਣਾ ਚਾਹੀਦਾ ਸੀ? ਨਹੀਂ, ਜਿਹੜਾ ਅਸੀਂ ਕੋਈ ਨਾ ਤਾਂ ਰਾਕੇਸ਼ ਟਕੈਤ ਜੀ ਨੇ ਕੋਈ ਫੈਸਲਾ ਥੋਪਿਆ ਹੈ, ਠੀਕ ਹੈ। ਅਸੀਂ ਉੱਥੋਂ ਦੇ ਲੋਕਲ ਆਪਣੇ ਜਿਹੜੇ, ਮੈਂ ਸਿੱਧਾ ਕਹਿਣਾ ਚਾਹੂੰਗਾ ਕਿ ਉੱਥੇ ਆਪਣੇ ਪੰਜਾਬੀ ਔਰ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਸੀਗੇ, ਜਿਹੜੇ ਮੁਖੀ ਸੀ, ਉਹਨਾਂ ਨਾਲ ਬੈਠ ਕੇ ਜਦੋਂ ਉਹਨਾਂ ਦੀ ਤਸੱਲੀ ਹੋਈ ਹੈ ਫਿਰ ਅੱਗੇ ਤੁਰਿਆ ਗਿਆ ਹੈ ਮਾਮਲਾ। ਔਰ ਅਸੀਂ ਤਾਂ ਬਿਲਕੁਲ ਜਿਹੜੇ ਪੰਜਾਬ ਤੋਂ ਜਾਂ ਹੋਰ ਪਾਸੋਂ ਜਿਹੜੇ ਵੀ ਗਏ ਸੀ ਅਸੀਂ ਮੋਰਚੇ ਦੇ, ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੇ ਗੱਲ ਕਹਿ ਦਿੱਤੀ ਸੀ ਕਿ ਜਿੱਥੇ ਸਾਡੇ ਲੋਕ ਸੈਟੀਸਫਾਈ ਹੋਣਗੇ ਉਹ ਫੈਸਲਾ ਹੋਊਗਾ ਜੀ। ਤਾਂ ਉਹ ਜਦੋਂ ਫੈਸਲੇ ਤੇ ਉਹ ਸੈਟੀਸਫਾਈ, ਜੇ ਹਾਲੇ ਵੀ ਉਹਨਾਂ ਨੂੰ ਕੋਈ ਹੈਗੀ ਹੈ ਤਾਂ ਮੈਨੂੰ ਲੱਗਦਾ ਕਿ ਉੱਥੇ ਮੇਰੇ ਕੋਲ ਜੋ ਜਾਣਕਾਰੀ ਹੈ ਹੁਣ ਪਿੱਛੇ, ਕਿਉਂਕਿ ਪ੍ਰੋਬਲਮ ਸੀ, ਮੈਂ ਕੋਚ ਸਾਹਿਬ ਨਾਲ ਹੁਣੇ ਹੀ ਗੱਲ ਕਰਕੇ ਹਟਿਆ, ਉਹਨਾਂ ਨੇ ਮੇਰੇ ਨਾਲ ਪੋਸਟਮਾਰਟਮ ਵਾਲੀ ਗੱਲ ਕੀਤੀ ਸੀ। ਤਾਂ ਮੈਂ ਸੁਜੈਸਟ ਇਹ ਕੀਤਾ ਸੀ ਵੀ ਸਹੀ, ਅਸੀਂ ਬਜਾਏ ਕਿ ਪੰਜਾਬ ਵਾਲੀ ਇਹ ਗੱਲ ਚ ਜਾਊਗੀ, ਅਸੀਂ ਏਮਸ ਤੋਂ ਮੰਨੀਏ। ਪਰ ਹੁਣ ਮੈਨੂੰ ਉੱਥੇ ਪਤਾ ਲੱਗਿਆ ਕਿ ਸਾਰੇ ਆਪਣੇ ਬੰਦਿਆਂ ਨੇ ਇਹ ਫੈਸਲਾ ਕਰ ਲਿਆ ਕਿ ਬੋਰਡ ਬਣੇਗਾ ਅਲੱਗ-ਅਲੱਗ ਯੂਪੀ ਦੇ ਹਿੱਸਿਆਂ ਚੋਂ ਡਾਕਟਰਾਂ ਨੂੰ ਬੁਲਾ ਕੇ ਤੇ ਉਹਦੀ ਵੀਡੀਓਗ੍ਰਾਫੀ ਕਰਕੇ ਪੋਸਟਮਾਰਟਮ ਕਰਵਾ ਇਹ। ਰਮਿੰਦਰ ਜੀ ਇੱਕ ਹੋਰ ਮੇਰੇ ਜ਼ਿਹਨ ਦੇ ਵਿੱਚ ਗੱਲ ਬੜੀ ਚੱਲ ਰਹੀ ਸੀ ਕਾਫੀ ਟਾਈਮ ਤੋਂ, ਕਿ ਉਹਨਾਂ ਲੋਕਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ? ਤੁਸੀਂ ਨਾਲ ਬੈਠੇ, ਤੁਸੀਂ ਮੀਟਿੰਗ ਕੀਤੀ ਔਰ ਇੱਕ ਐਸੀ ਮਾਨਸਿਕਤਾ ਦੇ ਵਿੱਚੋਂ ਨਿਕਲੀ ਹੋਈ ਇਹ ਘਟਨਾ, ਸ਼ਾਇਦ ਇਹ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਪਹਿਲੀ ਵਾਰ ਵਾਪਰਿਆ ਹੋਣਾ ਕਿ ਐਸੀ ਮਾਨਸਿਕਤਾ, ਇੰਨੀ ਨਫ਼ਰਤ ਜਿਹੜੀ ਕਿਸਾਨਾਂ ਦੇ ਪ੍ਰਤੀ ਉਸ ਲੀਡਰ ਦੀ ਰਹੀ, ਉਹਨੇ ਇਹ ਫੈਸਲਾ ਲਿਆ, ਮੌਕੇ 'ਤੇ ਲਿਆ ਜਾਂ ਪਹਿਲਾਂ ਪ੍ਰੀ ਪਲਾਨਡ ਸੀ। ਹੁਣ ਉਸ ਮਾਨਸਿਕਤਾ ਦੇ ਖਿਲਾਫ ਕਿਸ ਤਰ੍ਹਾਂ ਦਾ ਐਕਸ਼ਨ ਹੋਊਗਾ, ਜਾਂ ਫਿਰ ਜਿਸ ਤਰੀਕੇ ਦੇ ਨਾਲ ਉੱਥੋਂ ਦਾ ਪ੍ਰਸ਼ਾਸਨ ਜਾਂ ਯੂਪੀ ਦੀ, ਤੁਸੀਂ ਕੀ ਉਸ ਤੇ ਭਰੋਸਾ ਕੀਤਾ ਜਾ ਸਕਦਾ ਉਹਨਾਂ ਦੀ ਇਸ ਕਾਰਵਾਈ ਤੇ? ਇੱਕ ਹਫ਼ਤੇ ਦਾ ਸਮਾਂ ਲਿਆ ਉਹਨਾਂ ਨੇ। ਦੇਖੋ ਜੀ, ਦੇਖੋ ਵੀਰ, ਅਸੀਂ ਵੀ ਲਗਾਤਾਰ ਬਹੁਤ ਸਮੇਂ ਮੈਂ ਵੀ ਨੈਗੋਸ਼ੀਏਸ਼ਨਾਂ 'ਚ ਰਿਹਾ, ਮਰਨ ਤੇ ਮੁਕਰਨ ਤੇ ਦੁਨੀਆ ਅੰਤ ਨਹੀਂ ਹੋ ਜਾਂਦਾ। ਪ੍ਰੋਟੈਸਟ ਅਸੀਂ ਉਹਨਾਂ ਨੂੰ ਬਿਲਕੁਲ ਕਿਹਾ ਸੀਗਾ ਵੀ ਵੱਡਾ ਪ੍ਰੋਗਰਾਮ ਫਿਰ
ਸਾਹਮਣਾ ਕਰਨ ਲਈ ਤਿਆਰ ਰਹੋ, ਇਹ ਵਾਅਦਾ ਨਹੀਂ ਪੂਰਾ ਕਰੋ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਡੈਡ ਸ਼ੋਰ ਕਿ ਹੀ ਉਹਨੂੰ ਗ੍ਰਿਫਤਾਰ ਕਰਾਂਗੇ, ਹੈ ਨਾ। ਇਹ ਹੁਣ ਸਾਰੇ ਭਾਈਚਾਰੇ ਚ ਉੱਥੇ ਜਿਹੜੇ ਮੇਨ ਬਾਬਾ ਅਨੂਪ ਸਿੰਘ ਵੀ ਬੈਠੇ ਸੀ, ਉਹ ਸਾਰੇ ਲੋਕ ਬੈਠੇ, ਮੈਂ ਕਿਸੇ ਦਾ ਨਾਮ ਨਾ ਲਵਾਂ ਉਹ ਚੰਗਾ ਰਹੂ। ਉਹਦੇ ਚ ਸਭ ਨੂੰ ਜਦੋਂ ਇਸ ਗੱਲ ਦੇ ਉੱਪਰ ਸੀਗਾ ਵੀ ਠੀਕ ਹੈ, ਫਿਰ ਇਸ ਗੱਲ ਤੇ ਟਿਕਿਆ ਜਾ ਸਕਦਾ। IG ਔਰ ਬਾਕੀ ਸਾਰੀ ਟੀਮ ਨੇ ਭਰੋਸਾ ਦਿੱਤਾ ਸੀ, ਜਿਹੜੀ ਮੁੱਖ ਮੰਤਰੀ ਨੇ ਲਾਈ। ਤੋ ਇਹ ਸੀਗਾ ਵੀ ਫਿਰ ਕੱਲ ਨੂੰ ਜੇ ਇਹ ਪੂਰਾ ਨਾ ਉਤਰਿਆ ਤਾਂ ਉਹਨਾਂ ਦਾ ਇਹ ਸੀਗਾ ਵੀ ਅਸੀਂ ਆਪਣੇ ਆਪ ਨੂੰ ਕਿੱਥੇ ਖੜਾ ਪਾਵਾਂਗੇ, ਅਸੀਂ ਜੇ ਕਹਿ ਰਹੇ ਹਾਂ ਤਾਂ ਅਸੀਂ ਵੀ ਤਾਂ ਤੁਹਾਨੂੰ ਜਵਾਬ ਦੇ ਹੋਵਾਂਗੇ ਜੀ ਸਾਰੀ ਗੱਲ ਤੋ ਇਸ ਚੀਜ਼ ਅਸੀਂ ਇਸ ਭਰੋਸੇ ਨੂੰ ਹਾਲ ਦੀ ਘੜੀ ਮੰਨਿਆ ਕਿ ਉਹ ਗ੍ਰਿਫਤਾਰੀ ਕਰਨਗੇ। ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਇਹ ਪਰਿਵਾਰ ਸਾਡੇ ਪਰਿਵਾਰ ਨੇ, ਇਹ ਸਾਡੇ ਸ਼ਹੀਦ ਨੇ, ਇਹਨਾਂ ਨੂੰ ਨਿਆਂ ਦਿਵਾਉਣ ਲਈ ਅੰਤਮ ਹੱਦ ਤੱਕ ਜਿਹੜੀ ਕੋਈ ਗੱਲ ਹੈਗੀ ਹੈ ਲੜਾਈ SKM ਉਹਨਾਂ ਪਰਿਵਾਰਾਂ ਦੇ ਨਾਲ ਜੀ। ਬਹੁਤ ਧੰਨਵਾਦ ਰਵਿੰਦਰ ਜੀ, ਵੱਧ ਹਾਲ ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਤਾਂ ਸਿੱਧੇ ਤੌਰ ਤੇ ਰਮਿੰਦਰ ਪਟਿਆਲਾ ਜਿਹੜੇ ਨੇ ਲੀਗਲ ਪੈਨਲ ਦੇ ਮੈਂਬਰ ਵੀ ਆ, ਕਿਉਂਕਿ ਹੁਣ ਤੱਕ ਜੋ ਕੁਝ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਲੀਗਲ ਕਾਰਵਾਈ ਕਰਨ ਦੀ ਲੋੜ ਪਈ ਹੈ ਤਾਂ ਰਮਿੰਦਰ ਪਟਿਆਲਾ ਹੋਰੀ ਉਹਦਾ ਹਿੱਸਾ ਰਹੇ ਨੇ ਪ੍ਰਮੁੱਖ ਤੌਰ ਤੇ। ਔਰ ਇਸ ਮਾਮਲੇ ਦੇ ਵਿੱਚ ਜਿਵੇਂ ਅਸੀਂ ਵੀ ਇਹ ਸਵਾਲ ਜਿਹੜਾ ਹੈ ਇਹ ਰਮਿੰਦਰ ਹੋਰਾਂ ਦੇ ਸਾਹਮਣੇ ਰੱਖਿਆ ਸੀ, ਕੀ ਇਸ ਫੈਸਲੇ ਨੂੰ ਆਖਰੀ ਮੰਨ ਲਿਆ ਜਾਵੇ ਜੇ ਸੰਯੁਕਤ ਕਿਸਾਨ ਮੋਰਚੇ ਨੇ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਲੀਡਰ, ਮੁੱਖ ਆਗੂ ਰਾਕੇਸ਼ ਟਕੈਤ ਹੋਰਾਂ ਨੇ ਪ੍ਰਸ਼ਾਸਨ ਦੇ ਨਾਲ ਬੈਠ ਕੇ ਇਹ ਚਰਚਾ ਕੀਤੀ ਔਰ ਉਹਨਾਂ ਨੇ ਇਹ ਇਨਸ਼ੋਰ ਕਰਵਾਇਆ ਕਿ ਜੋ ਅਸੀਂ ਕਹਿ ਕੇ ਆਏ ਹਾਂ ਉਹ ਪ੍ਰਸ਼ਾਸਨ ਨੇ ਮੰਨਿਆ। ਹੁਣ ਵੱਡਾ ਸਵਾਲ ਤਾਂ ਇਹ ਵੀ ਹੈ ਕਿ ਕੀ ਉਹਨਾਂ 'ਤੇ ਭਰੋਸਾ ਕਰਨਾ ਬਣਦਾ। ਸਿੱਧੇ ਤੌਰ 'ਤੇ ਉਹਨਾਂ ਕਿਹਾ ਕਿ ਭਰੋਸੇ ਤੋਂ ਬਿਨਾਂ ਦੂਜਾ ਕੋਈ ਰਸਤਾ ਨਹੀਂ ਸੀ, ਕਿਉਂਕਿ ਉਹ ਇਨਸ਼ੋਰ ਕਰਕੇ ਗਏ ਨੇ ਕਿ ਅਸੀਂ ਜੇਕਰ ਕਹਿ ਰਹੇ ਹਾਂ ਤਾਂ 1 ਹਫ਼ਤੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਪਰ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ, ਯੂਪੀ ਦੀ ਸਰਕਾਰ ਜਾਂ ਯੂਪੀ ਦਾ ਉਹ ਪ੍ਰਸ਼ਾਸਨ ਜੋ ਇਸ ਗੱਲਬਾਤ ਦੇ ਵਿੱਚ ਇਨਵੋਲਵ ਸੀ, ਜੇਕਰ ਕੋਈ ਇਸ 'ਤੇ ਕਾਰਵਾਈ ਨਹੀਂ ਕਰਦਾ ਜਾਂ ਫਿਰ ਧੋਖਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਾਡੇ ਪਰਿਵਾਰ ਹੈ, ਅਸੀਂ ਉਹਨਾਂ ਨੂੰ ਇਨਸਾਫ ਦਿਵਾਵਾਂਗੇ, ਉਹਦੇ ਲਈ ਚਾਹੇ ਕੋਈ ਵੱਡਾ ਐਕਸ਼ਨ ਵੀ ਕਿਉਂ ਨਾ ਲੈਣਾ ਪਵੇ।